ਲੀਡਰ ਸੀਗਾ ਜੀਵਨ ਸਿੰਘ ਉਮਰਾ ਨੰਗਲ ਪ੍ਰਕਾਸ਼ ਸਿੰਘ ਬਾਦਲ ਦਾ ਖਾਸ ਆ। ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਮੀਟਿੰਗ ਸੱਦੀ ਆ ਵੀ ਆਹ ਜਿਹੜਾ ਹੋ ਰਿਹਾ ਤੇ ਬਹੁਤ ਮਾੜਾ ਹੋ ਰਿਹਾ, ਅਸੀਂ ਅੱਖਾਂ ਦੇ ਨਾਲ ਵੇਖ ਨਹੀਂ ਸਕਦੇ, ਇਸ ਤੋਂ ਚੰਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਨਰਾਤਰੀ ਤੋਂ ਇਹ ਚੰਗਾ ਵੇਖਣ ਤੋਂ ਵੀ ਅਸੀਂ ਮਰ ਜਾਈਏ। ਸਟੇਜ ਤੋਂ ਗੱਲ ਕਹੀ ਤੇ ਇਸ ਗੱਲ ਨੂੰ ਗੋਲ-ਮੋਲ ਤਰੀਕੇ ਦੇ ਨਾਲ ਮਿੱਟੀ ਪਾਉਣ ਦੀ, ਗੋਂਗਲੀਆਂ ਤੋਂ ਮਿੱਟੀ ਝਾੜਨ ਦੀ ਗੱਲ ਕਰ ਰਿਹਾ ਨਾ, ਜਦੋਂ ਉਮਰਾ ਨੰਗਲ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉੱਠ ਕੇ ਉਹਨਾਂ ਤੋਂ ਮਾਈਕ ਫੜਿਆ ਤੇ ਫੜ ਕੇ ਕਹਿਣ ਲੱਗੇ ਵੀ ਭਾਈ ਮੈਂ ਚੱਲਿਆ, ਜਿਹਨੇ ਮਗਰ ਜਾਣਾ ਉਹ ਆ ਸਕਦਾ, ਜਿਹਨੇ ਨਹੀਂ ਆਉਣਾ ਤੇ ਇੱਥੇ ਬੈਠਾ ਹੋ ਸਕਦਾ ਹੈ। ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉੱਥੋਂ ਤੁਰੇ ਨਾ ਥੋੜ੍ਹਾ ਜਿਹਾ ਅੱਗੇ, ਤੇ ਇਹ ਫਿਰ ਬੋਲਦਾ ਹੈ ਕਿ ਭਾਈ ਇੱਦਾਂ ਟਕਰਾਅ ਕਰਨਾ, ਇੱਦਾਂ ਲੜਨਾ ਚੰਗਾ ਨਹੀਂ, ਕਿ ਅਸੀਂ ਇੱਦਾਂ ਦੀ ਲੜਾਈ ਨਹੀਂ ਚਾਹੁੰਦੇ, ਅਸੀਂ ਨਹੀਂ ਚਾਹੁੰਦੇ ਮਾਹੌਲ ਖਰਾਬ ਹੋਵੇ। ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਫਿਰ ਵਾਪਸ ਆਉਂਦੇ ਆ, ਆਣ ਕੇ ਹੱਥ ਦੇ ਵਿੱਚੋਂ ਮੈਕ ਫੜਦੇ ਨੇ, ਉਹ ਫਿਰ ਗੱਲ ਕਹਿੰਦੇ ਆ ਸਾਡੀਆਂ ਅੱਖਾਂ ਦੇ ਸਾਹਮਣੇ ਨਰਾਦਰੀ ਹੋ ਰਹੀ ਹੈ, ਇੱਕ ਦੁੱਕੀ ਦਾ ਬੰਦਾ ਗੁਰੂ ਗ੍ਰੰਥ ਸਾਹਿਬ ਤੇ ਪੈਰ ਰੱਖ ਕੇ ਬੈਠਾ ਹੈ, ਤੁਸੀਂ ਕਿਹੜੇ ਮਾਹੌਲ ਦੀ ਗੱਲ ਕਰਦੇ ਆ, ਸਾਡੀਆਂ ਰਗਾਂ ਨੂੰ ਹੱਥ ਪਾਇਆ ਹੋਇਆ ਤੇ ਭਾਈ ਮੈਂ ਤਾਂ ਚੱਲਿਆ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ 5 ਪਿਆਰੇ ਸਾਹਿਬਾਨਾਂ ਦੇ ਰੂਪ 'ਚ ਹੁਕਮ ਸੁਣਾਇਆ, ਤੁਸੀਂ ਨਹੀਂ ਜਾ ਸਕਦੇ, 13 ਸਿੰਘ ਜਾਵਾਂਗੇ। ਭਾਈ ਫੌਜਾ ਸਿੰਘ ਦੀ ਅਗਵਾਈ ਵਿੱਚ ਉਹ 13 ਸਿੰਘ ਜਾਂਦੇ ਆ ਤੇ ਅੱਗੋਂ ਪਲਾਨ ਬਣਿਆ ਹੋਇਆ, 13 ਸਿੰਘਾਂ ਦੇ ਹੱਥ 'ਚ ਕੋਈ ਸੋਟੀ ਵੀ ਨਹੀਂ ਗੀ, ਉਹ ਜਾ ਰਹੇ ਬਿਲਕੁਲ ਸ਼ਾਂਤ ਤਰੀਕੇ ਦੇ ਨਾਲ। ਤੇ ਜਦੋਂ ਲਾਗੇ ਜਾਂਦੇ ਆ ਤੇ ਪੰਜਾਬ ਪੁਲਿਸ ਤੇ ਉਹਨਾਂ ਦੇ ਗੁੰਡਿਆਂ ਵੱਲੋਂ ਸਾਂਝੀ ਗੋਲੀ ਚਲਾ ਕੇ 13 ਸਿੱਖ ਸ਼ਹੀਦ ਕੀਤੇ ਜਾਂਦੇ ਆ। ਉਸੇ ਹੀ ਨਰਕਧਾਰੀ ਨੂੰ ਉਮਰਾ ਨੰਗਲ ਨੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਪੰਜਾਬ ਤੋਂ ਬਾਹਰ ਕੱਢਿਆ। ਉੱਥੇ ਮੌਕੇ ਦੀ ਜਿਹੜੀ ਸਾਡੀ ਪੰਥਕ ਸਰਕਾਰ ਆ 78 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਹੈ। ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਸੀ ਵੀ 13 ਸਿੰਘਾਂ ਦਾ ਕਾਤਲ ਆ ਜਿਹੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀ ਹੈ, ਇਹਨੂੰ ਤੁਰੰਤ ਫੜ ਕੇ ਸਜ਼ਾ ਦਿੰਦਾ, ਘੱਟ ਤੋਂ ਘੱਟ ਸਜ਼ਾ ਹੁੰਦੀ ਮੌਤ ਦੀ, ਤੇ ਕਿਸੇ ਦੀ ਜ਼ਰੂਰਤ ਨਾ ਪੈਂਦੀ, ਆਹ ਕੰਮ ਹੋ ਜਾਂਦਾ। ਹੁਣ ਮੇਰਾ ਇਹ ਸਵਾਲ ਆ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਚਾਉਣ ਵਾਸਤੇ ਸਾਡੀ ਪੰਥਕ ਸਰਕਾਰ ਪੁਲਿਸ ਨੂੰ ਹੁਕਮ ਦੇ ਕੇ ਜਿਹੜੇ ਲੋਕ ਇਨਸਾਫ ਮੰਗਦੇ ਉਹਨਾਂ ਤੇ ਗੋਲੀ ਚਲਾਊ, ਉਹਨਾਂ ਨੂੰ ਕੁੱਟੂਗੀ, ਤਾਂ ਫਿਰ ਤੁਸੀਂ ਦੱਸੋ ਨਰਾਦਰੀ ਕਰਨ ਵਾਲਿਆਂ ਦੇ ਹੌਸਲੇ ਕਿਵੇਂ ਨਾ ਵਧਣਗੇ। ਇਸ ਦਾ ਜ਼ਿੰਮੇਵਾਰ ਪੂਰਾ ਪ੍ਰਕਾਸ਼ ਸਿੰਘ ਬਾਦਲ ਤੇ ਇਹਦਾ ਜਿੰਨਾ ਵੀ ਟੋਲਾ ਇਹ ਹੈ, ਕਿਉਂਕਿ ਇਹਨਾਂ ਦੀ ਸਰਕਾਰ ਆ, ਇਹਨਾਂ ਦੀ ਸ਼੍ਰੋਮਣੀ ਕਮੇਟੀ ਹੈ। ਤੇ ਤੁਹਾਡਾ ਸਵਾਲ ਹੈ ਕਿ ਇਹ ਰੁਕੂਗੀ ਕਿਵੇਂ। ਅਕਾਲ ਤਖਤ ਦਾ ਜਥੇਦਾਰ ਅੱਜ ਜ਼ਿੰਮੇਵਾਰੀ ਲਵੇ ਵੀ ਜਿਹੜਾ ਵੀ ਜਿੱਥੇ ਵੀ ਗੁਰੂ ਸਾਹਿਬ ਦੀ ਜਾਂ ਗੁਟਕਾ ਸਾਹਿਬ ਦੀ ਗੁਰਬਾਣੀ ਦੀ ਨਰਾਦਰੀ ਕਰਦਾ ਹੈ, ਉਹ ਨਰਾਦਰੀ ਕਰਨ ਵਾਲੇ ਨੂੰ ਸੰਗਤ ਕੇਵਲ ਫੜ ਕੇ ਰੱਖੇ ਤੇ ਉਹਨੂੰ ਝਟਕਾਵਾਂਗਾ ਮੈਂ, ਤੇ ਜਾਂ ਮੇਰੇ ਸਾਹਮਣੇ ਸੰਗਤ ਝਟਕਾਵੇ ਤੇ ਜ਼ਿੰਮੇਵਾਰੀ ਹੋਵੇਗੀ ਮੇਰੀ। ਜੇ ਅੱਜ ਤੋਂ ਬਾਅਦ ਇੱਕ ਥਾਂ ਤੇ ਵੀ ਨਰਾਦਰੀ ਹੋਵੇ ਤੇ ਮੈਨੂੰ ਫੜ ਲਿਓ। ਇਹ ਜਿਹੜੇ ਅੱਜ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਕਮੇਟੀਆਂ ਬਣਾ ਰਹੇ ਨੇ, ਬੜੀ ਸ਼ਰਮ ਦੀ ਗੱਲ ਹੈ ਕਿ ਜਿਨ੍ਹਾਂ ਸਿੰਘਾਂ ਨੂੰ ਤੁਸੀਂ ਛਡਾਉਣ ਦੀ ਗੱਲ ਕਰਦੇ ਆ, ਉਹਨਾਂ ਸਿੰਘਾਂ ਤੇ ਨਜਾਇਜ਼ ਪਰਚੇ ਪਾ ਕੇ ਸਮੈਦ ਸੈਣੀ ਨੇ ਜੇਲ੍ਹਾਂ 'ਚ ਸਿੱਟੇ ਹੋਏ ਆ, ਤੁਸੀਂ ਉਸੇ ਹੀ ਸਮੈਦ ਸੈਣੀ ਨੂੰ ਡੀਜੀਪੀ ਲਾ ਛੱਡਿਆ। ਤੇ ਫਿਰ ਅੱਜ ਕਿਹੜੇ ਮੂੰਹ ਦੇ ਨਾਲ ਤੁਸੀਂ ਛਡਾਉਣ ਦੀਆਂ ਗੱਲਾਂ ਕਰਦੇ ਆ। ਇਹ ਜੋ ਸਿੱਖੀ ਦੇ ਅੰਦਰ ਸਾਡੇ ਹੋ ਰਿਹਾ, ਇਹ ਸਾਰੇ ਕਾਹੇ ਦਾ ਜ਼ਿੰਮੇਵਾਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਤੇ ਪ੍ਰਕਾਸ਼ ਸਿੰਘ ਬਾਦਲ ਆ ਜੀ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਗੁਰਬਾਣੀ ਅਖੰਡ ਬਾਣੀ ਚੈਨਲ। ਮੈਂ ਹਾਂ ਸੁਖਵੰਤ ਸਿੰਘ ਮਖੂ। ਹਰ ਵਾਰ ਕਿਸੇ ਨਵੀਂ ਸ਼ਖਸੀਅਤ ਨੂੰ ਨਵੇਂ ਮੁੱਦੇ ਦੇ ਉੱਪਰ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੇ ਹਾਂ। ਅਸੀਂ ਗੱਲ ਕਰਦੇ ਹਾਂ 2015 ਤੋਂ ਲੈ ਕੇ ਵੀ ਬੇਅਦਬੀਆਂ ਆਏ ਦਿਨ ਹੋ ਰਹੀਆਂ ਨੇ ਗੁਰੂ ਸਾਹਿਬ ਦੀਆਂ, ਤੇ ਕਿਤੇ ਨਾ ਕਿਤੇ ਜਿਵੇਂ ਸਰਕਾਰ ਬਦਲੀ ਹੈ ਤੇ ਬੇਅਦਬੀਆਂ ਰੁਕ ਚੁੱਕੀਆਂ ਨੇ, ਬੇਅਦਬੀਆਂ ਨੂੰ ਠੱਲ ਪੈ ਚੁੱਕੀ ਹੈ। ਜਿਵੇਂ ਸਾਡੇ ਕੇਂਦਰੀ ਅਸਥਾਨ ਸ਼੍ਰੀ ਦਰਬਾਰ ਸਾਹਿਬ ਵਿਖੇ ਇੱਕ ਦੁਸ਼ਟ ਆਉਂਦਾ ਤੇ ਉੱਥੇ ਸੋਧਾ ਲੱਗਦਾ, ਤੇ ਇੱਕ ਦੁਸ਼ਟ ਪਾਪੀ ਜਿਹੜਾ ਆ ਉਹ ਕਪੂਰਥਲੇ ਵਿੱਚ ਆਉਂਦਾ ਤੇ ਉੱਥੇ ਸੋਧਾ ਲਾ ਦਿੱਤਾ ਜਾਂਦਾ ਹੈ। ਤੇ ਫਿਰ ਲੋਕਾਂ ਦਾ ਇਹ ਕਹਿਣਾ ਸੀ ਵੀ ਸਰਕਾਰ ਬਦਲ ਗਈ ਹੈ, ਬੇਅਦਬੀਆਂ ਰੁਕ ਚੁੱਕੀਆਂ ਨੇ। ਦਰਸ਼ਕੋ, ਨਵੀਂ ਘਟਨਾ ਜਿਹੜੀ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਧਰਮਕੋਟ ਦੇ ਬਿਲਕੁਲ ਨੇੜੇ ਗੁਰਦੁਆਰਾ ਬੇਰ ਸਾਹਿਬ ਵਿਖੇ ਵਾਪਰੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 45 ਅੰਗ ਜਿਹੜੇ ਹੈ ਉਹ ਚਾਕੂ ਦੇ ਨਾਲ ਕਤਲ ਕਰ ਦਿੱਤੇ ਗਏ ਆ, ਉਹਨਾਂ ਨੂੰ ਪਾੜ ਦਿੱਤਾ ਗਿਆ। ਨਵੀਂ ਘਟਨਾ ਜਿਹੜੀ ਹੈ ਅੰਮ੍ਰਿਤਸਰ ਸਾਹਿਬ ਦੇ ਨੇੜੇ ਦੀ ਹੈ, ਰਾਜਾ ਸੰਸੀ ਦੇ ਨੇੜੇ ਦੀ ਹੈ। ਤੇ ਬੇਅਦਬੀ ਦੇ ਉੱਪਰ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਫਤਿਹ ਦੀ ਸਾਂਝ ਪਾ ਲਈਏ। ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਨੇ
ਪੰਥਕ ਹਸਤੀ ਹੈ, ਪੰਥਕ ਚਿਹਰਾ ਹੈ ਢਾਡੀ ਭਾਈ ਗੁਰਭਾਗ ਸਿੰਘ ਜੀ ਮਰੂੜ। ਫਤਿਹ ਦੀ ਸਾਂਝ ਪਾਉਣੇ ਆ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿਸ ਨਜ਼ਰੀਏ ਨਾਲ ਭਾਈ ਗੁਰਭਾਗ ਸਿੰਘ ਜੀ ਵੇਖਦੇ ਹੋ ਰਾਜਾ ਸਾਂਸੀ ਦੇ ਕੋਲ ਜਿਸ ਤਰੀਕੇ ਦੇ ਨਾਲ ਗੁਰੂ ਘਰ ਦੇ ਵਿੱਚ ਸੇਵਾ ਕਰਨ ਵਾਲਾ ਇੱਕ ਦੁਸ਼ਟ ਪਾਪੀ ਜਿਹੜਾ ਆ ਇੱਥੋਂ ਤੱਕ ਪਹੁੰਚ ਜਾਂਦਾ ਹੈ, ਇੱਥੋਂ ਤੱਕ ਘਟੀਆ ਹਰਕਤ ਕਰਦਾ ਹੈ ਵੀ ਚਾਕੂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਦੇ 45 ਅੰਗਾਂ ਦਾ ਕਤਲ ਕਰਨ ਦਾ ਯਤਨ ਕਰਦਾ ਹੈ? ਭਾਈ ਸੁਖਵੰਤ ਸਿੰਘ ਜੀ, ਇਹ ਘਟਨਾ ਨਵੀਂ ਨਹੀਂ ਤਾਂ ਨਾ ਆਖਰੀ ਹੈ ਜੀ, ਨਾ ਹੀ ਆਖਰੀ ਆ ਤੇ ਨਾ ਹੀ ਇਹ ਪਹਿਲੀ ਹੈ। ਇਹ ਘਟਨਾ ਉਹਨਾਂ ਸਮਾਂ ਹੁੰਦੀਆਂ ਰਹਿਣਗੀਆਂ ਜਿੰਨਾ ਸਮਾਂ ਸਾਡੇ ਅਕਾਲ ਤਖਤ ਦੇ ਜਥੇਦਾਰ ਪੰਥ ਨੂੰ ਸਮਰਪਿਤ ਨਹੀਂ ਆਉਂਦਾ, ਸ਼੍ਰੋਮਣੀ ਕਮੇਟੀ ਸਾਡੀ ਪੰਥ ਨੂੰ ਸਮਰਪਿਤ ਨਹੀਂ ਹੁੰਦੀ, ਸਾਡੇ ਕੌਮ ਦੇ ਜਿਹੜੇ ਲੀਡਰ ਨੇ ਪੰਥ ਨੂੰ ਸਮਰਪਿਤ ਨਹੀਂ ਹੁੰਦੇ, ਆਪਣੀਆਂ ਕੁਰਸੀਆਂ ਦਾ ਲਾਲਚ ਛੱਡ ਕੇ, ਉਹਨਾਂ ਸਮੇਂ ਜਿਹੜੀਆਂ ਘਟਨਾ ਇਹੋ ਜਿਹੀਆਂ ਦਰਦਨਾਕ ਕਾਂਡ ਜਿਹੜੇ ਹੁੰਦੇ ਰਹਿਣੇ ਆ। ਕਾਰਨ ਹੈ ਜਦੋਂ 1978 ਦੇ ਵਿੱਚ ਇਸ ਧਰਤੀ ਤੇ ਨਰਕਧਾਰੀ ਆਉਂਦਾ ਤੇ ਨਰਕਧਾਰੀ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦਾ ਕਿ ਮੇਰੇ ਵਾਸਤੇ ਇੱਕ ਰੱਦੀ ਦੇ ਬਰਾਬਰ ਆ। ਉਹਨਾਂ ਸਮਿਆਂ ਦੇ ਵਿੱਚ ਵੀ ਸਾਡੀ ਪੰਥਕ ਸਰਕਾਰ ਸੀਗੀ। ਉਸ ਤੋਂ ਬਾਅਦ ਇੰਨੀ ਘਿਨਾਉਣੀ ਹਰਕਤ ਕਰਦਾ ਹੈ ਕਿ ਜਿੱਥੇ ਉਹਨੇ ਆਪ ਬੈਠਣਾ ਹੁੰਦਾ ਹੈ ਉਸ ਤੋਂ ਥੱਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ ਹੈ, ਜੁੱਤੀ ਪਾ ਕੇ ਉੱਪਰ ਦੇ ਲੰਘ ਕੇ ਉਸ ਕੁਰਸੀ ਤੇ ਬੈਠ ਕੇ ਤੇ ਜੁੱਤੀ ਦੇ ਸਮੇਤ ਪੈਰ ਗੁਰੂ ਗ੍ਰੰਥ ਸਾਹਿਬ ਤੇ ਰੱਖਦਾ ਹੈ। ਜੇ ਉਹਨਾਂ ਸਮਿਆਂ ਦੇ ਵਿੱਚ ਇਸੇ ਹੀ ਪਾਪੀ ਨੂੰ ਸਜ਼ਾ ਦਿੱਤੀ ਹੁੰਦੀ ਤੇ ਕਿਸੇ ਦੀ ਜ਼ਰੂਰਤ ਨਹੀਂ ਸੀ ਪੈਣੀ ਕਿ ਇਹ ਕੰਮ ਕਰ ਜਾਵੇ। ਤੁਸੀਂ ਉਹਨੂੰ ਪੜ੍ਹਿਆ ਵੀ ਹੋਵੇਗਾ, ਸੁਣਿਆ ਵੀ ਹੋਵੇਗਾ ਕਿ ਜਦੋਂ ਲੀਡਰ ਸੀਗਾ ਜੀਵਨ ਸਿੰਘ ਉਮਰਾਲ ਨੰਗਲ, ਪ੍ਰਕਾਸ਼ ਸਿੰਘ ਬਾਦਲ ਦਾ ਖਾਸ ਆ, ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇੱਕ ਮੀਟਿੰਗ ਸੱਦੀ ਆ ਵੀ ਆਹ ਜਿਹੜਾ ਹੋ ਰਿਹਾ ਤੇ ਬਹੁਤ ਮਾੜਾ ਹੋ ਰਿਹਾ, ਅਸੀਂ ਅੱਖਾਂ ਦੇ ਨਾਲ ਵੇਖ ਨਹੀਂ ਸਕਦੇ, ਇਸ ਤੋਂ ਚੰਗਾ ਕਿ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਤੋਂ ਇਹ ਚੰਗਾ ਵੇਖਣ ਤੋਂ ਵੀ ਅਸੀਂ ਮਰ ਜਾਈਏ। ਸਟੇਜ ਤੋਂ ਗੱਲ ਕਹੀ ਤੇ ਇਸ ਗੱਲ ਨੂੰ ਗੋਲ-ਮੋਲ ਤਰੀਕੇ ਦੇ ਨਾਲ ਮਿੱਟੀ ਪਾਉਣ ਦੀ, ਗੋਂਗਲੀਆਂ ਤੋਂ ਮਿੱਟੀ ਝਾੜਨ ਦੀ ਗੱਲ ਕਰ ਰਿਹਾ ਨਾ, ਜਦੋਂ ਉਮਰਾ ਨੰਗਲ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉੱਠ ਕੇ ਉਹਨਾਂ ਤੋਂ ਮਾਈਕ ਫੜਿਆ ਤੇ ਫੜ ਕੇ ਕਹਿਣ ਲੱਗੇ ਵੀ ਭਾਈ ਮੈਂ ਚੱਲਿਆ, ਜਿਹਨੇ ਮਗਰ ਜਾਣਾ ਉਹ ਆ ਸਕਦਾ, ਜਿਹਨੇ ਨਹੀਂ ਆਉਣਾ ਤਾਂ ਇੱਥੇ ਬੈਠਾ ਹੋ ਸਕਦਾ ਹੈ। ਜਦੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉੱਥੋਂ ਤੁਰੇ ਨਾ ਥੋੜ੍ਹਾ ਜਿਹਾ ਅੱਗੇ, ਤੇ ਇਹ ਫਿਰ ਬੋਲਦਾ ਹੈ ਕਿ ਭਾਈ ਇੱਦਾਂ ਟਕਰਾਅ ਕਰਨਾ, ਇੱਦਾਂ ਲੜਨਾ ਚੰਗਾ ਨਹੀਂ, ਕਿ ਅਸੀਂ ਇੱਦਾਂ ਦੀ ਲੜਾਈ ਨਹੀਂ ਚਾਹੁੰਦੇ, ਅਸੀਂ ਨਹੀਂ ਚਾਹੁੰਦੇ ਮਾਹੌਲ ਖ਼ਰਾਬ ਹੋਵੇ। ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਫਿਰ ਵਾਪਸ ਆਉਂਦੇ ਆ, ਆਣ ਕੇ ਹੱਥ ਦੇ ਵਿੱਚੋਂ ਮੈਕ ਫੜਦੇ ਨੇ, ਉਹ ਫਿਰ ਗੱਲ ਕਹਿੰਦੇ ਆ ਸਾਡੀਆਂ ਅੱਖਾਂ ਦੇ ਸਾਹਮਣੇ ਨਰਾਦਰੀ ਹੋ ਰਹੀ ਹੈ, ਇੱਕ ਦੁੱਕੀ ਦਾ ਬੰਦਾ ਗੁਰੂ ਗ੍ਰੰਥ ਸਾਹਿਬ ਤੇ ਪੈਰ ਰੱਖ ਕੇ ਬੈਠਾ ਹੈ, ਤੁਸੀਂ ਕਿਹੜੇ ਮਾਹੌਲ ਦੀ ਗੱਲ ਕਰਦੇ ਆ, ਸਾਡੀਆਂ ਰਗਾਂ ਨੂੰ ਹੱਥ ਪਾਇਆ ਹੋਇਆ ਤੇ ਭਾਈ ਮੈਂ ਤਾਂ ਚੱਲਿਆ। ਫਿਰ ਸਿੰਘਾਂ ਨੇ ਅੱਗੇ ਹੋ ਕੇ ਬੇਨਤੀ ਕੀਤੀ ਤੇ ਨਾ ਰੁਕੇ, ਫਿਰ 5 ਸਿੰਘ ਨੇ ਇਕੱਠੇ ਹੋ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ 5 ਪਿਆਰੇ ਸਾਹਿਬਾਨਾਂ ਦੇ ਰੂਪ 'ਚ ਹੁਕਮ ਸੁਣਾਇਆ, ਤੁਸੀਂ ਨਹੀਂ ਜਾ ਸਕਦੇ, 13 ਸਿੰਘ ਜਾਵਾਂਗੇ। ਭਾਈ ਫੌਜਾ ਸਿੰਘ ਦੀ ਅਗਵਾਈ ਵਿੱਚ ਉਹ 13 ਸਿੰਘ ਜਾਂਦੇ ਆ ਤੇ ਅੱਗੋਂ ਪਲਾਨ ਬਣਿਆ ਹੋਇਆ, 13 ਸਿੰਘਾਂ ਦੇ ਹੱਥ 'ਚ ਕੋਈ ਸੋਟੀ ਵੀ ਨਹੀਂ ਗੀ, ਉਹ ਜਾ ਰਹੇ ਬਿਲਕੁਲ ਸ਼ਾਂਤ ਤਰੀਕੇ ਦੇ ਨਾਲ। ਤੇ ਜਦੋਂ ਲਾਗੇ ਜਾਂਦੇ ਆ ਤੇ ਪੰਜਾਬ ਪੁਲਿਸ ਤੇ ਉਹਨਾਂ ਦੇ ਗੁੰਡਿਆਂ ਵੱਲੋਂ ਸਾਂਝੀ ਗੋਲੀ ਚਲਾ ਕੇ 13 ਸਿੱਖ ਸ਼ਹੀਦ ਕੀਤੇ ਜਾਂਦੇ ਆ। ਜਦੋਂ 13 ਸਿੱਖ ਸ਼ਹੀਦ ਹੁੰਦੇ, ਸਾਡੇ ਸਿੰਘ ਸ਼ਹੀਦ ਹੋ ਜਾਂਦੇ ਆ, ਹਲਚਲ ਮਚ ਜਾਂਦੀ ਪੂਰੇ ਪੰਜਾਬ ਦੇ ਵਿੱਚ ਵੀ ਸਾਨੂੰ ਧੱਕੇ ਦੇ ਨਾਲ ਸਾਨੂੰ ਲਲਕਾਰ ਕੇ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕਰ ਰਿਹਾ ਤੇ ਉਲਟਾ ਸਾਡੇ 13 ਸਿੰਘ ਵੀ ਸ਼ਹੀਦ ਕਰ ਦਿੱਤੇ ਪਾਪੀ ਨੇ। ਉਸੇ ਹੀ ਨਰਕਧਾਰੀ ਨੂੰ ਉਮਰਾ ਨੰਗਲ ਨੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਪੰਜਾਬ ਤੋਂ ਬਾਹਰ ਕੱਢਿਆ। ਉੱਥੇ ਮੌਕੇ ਦੀ ਜਿਹੜੀ ਸਾਡੀ ਪੰਥਕ ਸਰਕਾਰ ਆ 78 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਹੈ। ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਚਾਹੀਦਾ ਸੀ ਵੀ 13 ਸਿੰਘਾਂ ਦਾ ਕਾਤਲ ਆ ਜਿਹੜਾ ਤੇ ਗੁਰੂ ਗ੍ਰੰਥ ਸਾਹਿਬ ਦਾ ਦੋਸ਼ੀ ਹੈ, ਇਹਨੂੰ ਤੁਰੰਤ ਫੜ ਕੇ ਸਜ਼ਾ ਦਿੰਦਾ, ਘੱਟ ਤੋਂ ਘੱਟ ਸਜ਼ਾ ਹੁੰਦੀ ਮੌਤ ਦੀ ਤੇ ਕਿਸੇ ਦੀ ਜ਼ਰੂਰਤ ਨਾ ਪੈਂਦੀ, ਆਹ ਕੰਮ ਹੋ ਜਾਂਦਾ। ਉਸ ਤੋਂ ਬਾਅਦ ਜਦੋਂ ਸਾਡੇ ਹੀ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਬਚਾਉਣ ਤੇ ਲੱਗੇ ਹੋਏ ਨੇ, ਖਾਸ ਕਰਕੇ ਬਾਦਲ ਲਾਣਾ, ਜਦੋਂ ਵੀ ਨਰਾਦਰੀ ਹੁੰਦੀ ਆ, ਜਿੱਥੇ ਵੀ ਨਰਾਦਰੀ ਹੁੰਦੀ ਆ, ਤੁਸੀਂ ਅੱਜ ਤੱਕ ਦਾ ਰਿਕਾਰਡ ਕੱਢੋਗੇ ਤੇ ਉਹਨੂੰ ਬਾਦਲ ਕਹਿੰਦੇ ਹੀ ਬਚਾਇਆ ਹੋਵੇਗਾ। ਉਹ ਲਗਾਤਾਰ ਜਦੋਂ ਨਰਾਦਰੀ ਹੋ ਰਹੀ ਆ, ਕਿਤੇ ਚੰਦੋ ਕਲਾਂ ਦੇ ਵਿੱਚ ਬੱਸ ਸਾੜੀ ਜਾਂਦੀ ਹੈ, ਵਿੱਚ 5 ਗ੍ਰੰਥੀਆਂ ਪੋਥੀਆਂ ਸਾੜੀਆਂ ਜਾਂਦੀਆਂ, ਇਤਿਹਾਸਕ ਗ੍ਰੰਥ ਸਾੜੇ ਜਾਂਦੇ ਆ, ਲਗਾਤਾਰ ਜਿਹੜਾ ਕੰਮ ਹੋ ਰਿਹਾ ਵੱਧ ਆ ਰਿਹਾ ਹੈ। ਜਿਹੜਾ ਸਭ ਤੋਂ ਵੱਧ 1 ਜੂਨ ਤੇ 2015 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਵਾਪਰਦਾ ਹੈ।
ਉਹ ਘਟਨਾ ਆਪਾਂ ਸਾਰਿਆਂ ਨੇ ਅੱਖੀ ਵੇਖੀ ਹੈ। 78 ਵਾਲੀ ਘਟਨਾ ਤੇ ਅੱਖੀ ਨਹੀਂ ਵੇਖੀ, ਕਿਉਂਕਿ 78 ਦੇ ਵਿੱਚ ਜਿਹੜੀ ਉਹ ਹੋਈ ਘਟਨਾ ਉਹਨੂੰ ਆਪਾਂ ਪੜ੍ਹਿਆ ਤੇ ਸੁਣਿਆ ਹੈ। 15 ਦੇ ਵਿੱਚ ਪੂਰਾ ਪੰਜਾਬ ਸੜਕਾਂ ਤੇ ਆਇਆ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇੱਕ ਪਾਪੀ ਬੰਦਾ ਬੋਰੀ ਦੇ ਵਿੱਚ ਦੁਪਹਿਰ ਦੇ ਸਮੇਂ ਪਾ ਕੇ ਲੈ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬੋਰੀ ਦੇ ਵਿੱਚ। ਉਹਨੂੰ ਬਾਦਲ ਸਰਕਾਰ ਬਚਾਉਣ ਤੇ ਜ਼ੋਰ ਲਾਉਂਦੀ ਹੈ। ਜੇ ਉੱਥੇ ਪੁਲਿਸ ਆਉਂਦੀ ਆ ਤਾਂ ਜਿਹੜੇ ਇਹਨਾਂ ਦੇ ਨੁਮਾਇੰਦੇ ਆਉਂਦੇ ਨੇ, ਉਹ ਸਮੇਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਆ ਗਿਆਨੀ ਗੁਰਮੁਖ ਸਿੰਘ, ਜਦੋਂ ਸਿੱਖ ਜਥੇਬੰਦੀਆਂ ਨੇ ਇੱਕ ਮੀਟਿੰਗ ਬਣਾਈ, ਮੀਟਿੰਗ ਦੇ ਵਿੱਚ ਇੱਕ ਮਤਾ ਪਾਸ ਪਾਇਆ ਕਿ 11 ਜੂਨ ਨੂੰ ਆਪਾਂ ਧਰਨਾ ਲਾਉਣਾ, ਰੋਡ ਬੰਦ ਕਰਨਾ ਬਗਰਾੜੀ। ਜਵਾਹਰ ਸਿੰਘ ਵਾਲੇ ਦੇ ਨੇੜੇ ਆ, ਬੁਰਜ ਜਵਾਹਰ ਸਿੰਘ ਵਾਲੇ ਦੇ ਲਾਗੇ ਆ ਬਗਰਾੜੀ। ਉੱਥੇ 8 ਜੂਨ ਨੂੰ ਗੁਰਮੁਖ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਆਉਂਦਾ ਤੇ ਉਹ ਆ ਕੇ ਅਪੀਲ ਕਰਦਾ ਹੈ ਕਿ ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਕੋਈ ਵੀ ਧਰਨਾ ਨਾ ਲਾਓ ਤੇ ਦੋਸ਼ੀ ਅਸੀਂ ਫੜਾ ਦੇਵਾਂਗੇ। ਉਸ ਤੋਂ ਬਾਅਦ 11 ਮੈਂਬਰੀ ਕਮੇਟੀ ਬਣਦੀ ਹੈ। ਜਦੋਂ ਇਹ ਆ ਕੇ ਮੁੜ ਜਾਂਦਾ 11 ਜੂਨ ਨੂੰ, ਉਸ ਕਮੇਟੀ ਦੇ ਵਿੱਚ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਅਮਰਜੀਤ ਸਿੰਘ ਕਣਕਵਾਲ, ਭਾਈ ਬਲਜੀਤ ਸਿੰਘ ਦੀ ਦਾਦੂਵਾਲ, ਬਾਬਾ ਅਵਤਾਰ ਸਿੰਘ ਸਾਧਾਂ ਵਾਲਾ ਤੇ ਮੈਂ ਵੀ ਉਸ ਕਮੇਟੀ ਦੇ ਵਿੱਚ 11 ਹੈ, ਤੇ ਭਾਈ ਜਸਵਿੰਦਰ ਸਿੰਘ ਜੀ ਸਾਹੋਕੇ, ਇਹ ਸਾਰੇ ਜਾਣੇ ਇੱਕ ਉਸ ਕਮੇਟੀ ਜਿਹੜੀ ਉੱਥੇ ਬਣਦੀ ਉੱਥੇ ਬਣ ਕੇ ਉੱਥੇ ਹੀ ਰਹਿ ਜਾਂਦੀ ਉਹ। ਉੱਥੇ ਇੱਕ ਮਤਾ ਪੈਂਦਾ ਵੀ ਆਪਾਂ ਧਰਨਾ ਲਾਉਣਾ ਕਿ ਨਹੀਂ ਲਾਉਣਾ। ਜਥੇਦਾਰ ਜੀ ਕਹਿ ਗਏ ਨੇ ਚਲੋ ਸਿੰਘਾਂ ਦੀ ਜਦੋਂ ਜਿੱਤ ਤੋਂ ਬਾਅਦ ਉਹ ਧਰਨਾ ਵੀ ਲੱਗਾ। ਦੁਪਹਿਰ ਦੇ ਸਮੇਂ 2-2.5 ਘੰਟੇ ਜਿਹੜੇ ਉਹ ਰੋਡ ਨੂੰ ਜਾਮ ਕੀਤਾ। ਉਸ ਤੋਂ ਬਾਅਦ ਸਰਕਾਰ ਨੇ ਜਿੰਨੀਆਂ ਵੀ ਚਾਲਾਂ ਚੱਲੀਆਂ, ਮੌਕੇ ਦੀ ਸਰਕਾਰ, ਮੌਕੇ ਦੀ ਸ਼੍ਰੋਮਣੀ ਕਮੇਟੀ, ਮੌਕੇ ਦੇ ਬਾਬੇ ਨੇ, ਅੱਜ ਬਾਬੇ, ਸ਼੍ਰੋਮਣੀ ਕਮੇਟੀ ਤੇ ਸਰਕਾਰ ਇਕੱਠੇ ਨੇ, ਕਿਉਂਕਿ ਪੰਥਕ ਅਖਵਾਉਣ ਵਾਲੀ ਸਰਕਾਰ ਸੀ। ਇਹਨਾਂ ਨੇ ਉਹਨਾਂ ਦੋਸ਼ੀਆਂ ਨੂੰ ਬਚਾਉਣ ਵਾਸਤੇ ਸਿਰੇ ਦਾ ਜ਼ੋਰ ਲਾਇਆ। ਇੱਥੇ ਨਹੀਂ ਰੁਕਿਆ ਤੇ ਦੋਸ਼ੀ ਇੰਨਾ ਮਤਲਬ ਹੰਕਾਰ ਦੇ ਵਿੱਚ ਆ ਗਿਆ, ਇੰਨਾ ਤੈਸ਼ ਦੇ ਵਿੱਚ ਆ ਗਿਆ ਹੈ, ਉਹ ਮਤਲਬ ਇੰਨਾ ਆਪਣੇ ਆਪ 'ਚ ਬਲ ਸਮਝਦਾ ਹੈ ਕਿ ਕੰਧਾਂ ਦੇ ਉੱਪਰ ਲਿਖ ਕੇ ਲਾ ਦਿੰਦਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਜਿਹੜਾ ਬੁਰਜ ਜਵਾਹਰ ਸਿੰਘ ਵਾਲੇ ਤੋਂ ਚੋਰੀ ਹੋਇਆ ਸਾਡੇ ਕੋਲ ਹੈ। ਹੁਣ ਜਦੋਂ ਦੁਸ਼ਮਣ ਸ਼ਰੇਆਮ ਕਹਿ ਰਿਹਾ ਸਾਡੇ ਕੋਲ ਆ, ਲਿਖ ਕੇ ਪੋਸਟਰ ਲਾ ਦਿੱਤੇ ਆ, ਪਰ ਪੰਥਕ ਸਰਕਾਰ, ਪੰਥਕ ਬਾਬੇ, ਪੰਥਕ ਸ਼੍ਰੋਮਣੀ ਕਮੇਟੀ ਹੈ, ਇਹ ਤਿੰਨੇ ਬੋਲਦੇ ਨਹੀਂ। ਉਲਟਾ ਆਪਸ ਵਿੱਚ ਮੀਟਿੰਗਾਂ ਹੀ ਹੋ ਰਹੀਆਂ ਵੀ ਬਚਾਉਣਾ ਕਿਵੇਂ ਆ। ਉਹ ਦਿਨ ਆਉਂਦਾ ਹੈ ਤੇ ਉਹ ਪਾਪੀ ਅਕਤੂਬਰ ਦੇ ਵਿੱਚ, ਮੇਰਾ 12 ਜਾਂ 13 ਅਕਤੂਬਰ ਦੀ ਘਟਨਾ ਹੈ ਕਿ ਪਾਪੀ ਸਵੇਰ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗਲੀਆਂ 'ਚ, ਨਾਲੀਆਂ ਤੇ, ਸੜਕਾਂ ਤੇ ਪੱਤਰੇ ਪਾੜ ਕੇ ਗੁਰੂ ਸਾਹਿਬ ਦੇ ਪਾਵਨ ਅੰਗ ਪਾੜੇ ਤੇ ਖਿਲਾਰ ਦਿੱਤੇ ਆ। ਫਿਰ ਵੀ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੀ ਉਹਨਾਂ ਨੂੰ ਬਚਾਉਣ ਵਾਸਤੇ ਜ਼ੋਰ ਲੱਗ ਰਿਹਾ ਹੈ, ਕਿਉਂਕਿ ਜਿਹੜੀ ਧਿਰ ਪਿੱਛੇ ਉਹਨਾਂ ਦੀ ਬਹੁਤ ਵੱਡੀ ਗਿਣਤੀ ਵੋਟਾਂ ਦੀ ਦੱਸੀ ਜਾ ਰਹੀ ਸੀ। ਵੈਸੇ ਲੀਡਰਾਂ ਦਾ ਭੁਲੇਖਾ, ਜਿਹੜੇ ਪਾਸੇ ਵੀ ਅੱਜ ਤੱਕ ਸੌਦਾ ਸਾਧ ਨੇ ਜਿਹਦੀ ਮਦਦ ਕੀਤੀ, ਮੌਕੇ ਤੇ ਸਰਕਾਰ ਹਾਰੀ ਆ। ਬਿਲਕੁਲ ਕੋਈ ਵੀ ਨਹੀਂ ਜਿੱਤਦਾ ਕਿਤੇ ਵੀ। ਜਿੱਥੇ ਉਹ ਮਦਦ ਕਰਦਾ ਪੰਥਕ ਵੋਟ ਉੱਥੋਂ ਟੁੱਟ ਜਾਂਦੀ ਹੈ ਤੇ ਉਹ ਬੰਦਾ ਹਾਰਦਾ ਹੈ। ਇਹਨਾਂ ਨੇ ਉਹਨੂੰ ਬਚਾਉਣ ਵਾਸਤੇ ਪੂਰਾ ਯਤਨ ਲਾਇਆ। ਬਾਈਬਲ ਕਲਾਂ ਦੇ ਵਿੱਚ ਸਿੰਘ ਸ਼ਾਂਤਮਈ ਬੈਠੇ ਆ। ਫੋਨ ਆਉਂਦਾ ਕਿ ਇਹਨਾਂ ਨੂੰ ਛੇਤੀ ਅਖੇੜ ਦੇਵੋ, ਅਖੇੜਨਾ ਨਹੀਂ, ਇਹਨਾਂ ਨੂੰ ਕੁੱਟਿਆ ਵੀ ਜਾਵੇ। ਜੇ ਕੋਟਕਪੂਰੇ ਦੀ ਘਟਨਾ ਹੁੰਦੀ, ਅੰਮ੍ਰਿਤ ਵੇਲੇ ਜਾਪ ਕਰਦੀਆਂ ਸੰਗਤਾਂ ਦੇ ਉੱਤੇ ਗੰਦਾ ਪਾਣੀ ਪਾ ਕੇ ਉਹਨਾਂ ਨੂੰ ਕੁੱਟਿਆ ਜਾਂਦਾ ਹੈ। ਕਈਆਂ ਦੇ ਗਿੱਟੇ ਟੁੱਟ ਜਾਂਦੇ ਨੇ, ਲੱਤਾਂ ਟੁੱਟ ਜਾਂਦੀਆਂ, ਬਾਹਾਂ ਟੁੱਟ ਜਾਂਦੀਆਂ। 2 ਸਿੰਘ ਸ਼ਹੀਦ ਹੋ ਜਾਂਦੇ ਆ, ਹਰਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ। ਇਹ ਦੋਵੇਂ ਸਿੰਘਾਂ ਨੂੰ ਪੁਲਿਸ ਦੀ ਗੋਲੀ ਵੱਜਦੀ ਆ, ਸਿੰਘ ਸ਼ਹੀਦ ਹੋ ਜਾਂਦੇ ਆ। ਹੁਣ ਮੇਰਾ ਸਵਾਲ ਆ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਬਚਾਉਣ ਵਾਸਤੇ ਸਾਡੀ ਪੰਥਕ ਸਰਕਾਰ ਪੁਲਿਸ ਨੂੰ ਹੁਕਮ ਦੇ ਕੇ ਜਿਹੜੇ ਲੋਕ ਇਨਸਾਫ ਮੰਗਦੇ ਉਹਨਾਂ ਤੇ ਗੋਲੀ ਚਲਾਊ, ਉਹਨਾਂ ਨੂੰ ਕੁੱਟੂਗੀ, ਤਾਂ ਫਿਰ ਤੁਸੀਂ ਦੱਸੋ ਨਰਾਦਰੀ ਕਰਨ ਵਾਲਿਆਂ ਦੇ ਹੌਸਲੇ ਕਿਵੇਂ ਨਾ ਵਧਣਗੇ। ਇਸ ਦਾ ਜ਼ਿੰਮੇਵਾਰ ਪੂਰਾ ਪ੍ਰਕਾਸ਼ ਸਿੰਘ ਬਾਦਲ ਤੇ ਇਹਦਾ ਜਿੰਨਾ ਵੀ ਟੋਲਾ ਇਹ ਹੈ, ਕਿਉਂਕਿ ਇਹਨਾਂ ਦੀ ਸਰਕਾਰ ਆ, ਇਹਨਾਂ ਦੀ ਸ਼੍ਰੋਮਣੀ ਕਮੇਟੀ ਹੈ। ਤੇ ਤੁਹਾਡਾ ਸਵਾਲ ਹੈ ਕਿ ਇਹ ਰੁਕੂਗੀ ਕਿਵੇਂ। ਅਕਾਲ ਤਖਤ ਦਾ ਜਥੇਦਾਰ ਅੱਜ ਜ਼ਿੰਮੇਵਾਰੀ ਲਵੇ ਵੀ ਜਿਹੜਾ ਵੀ ਜਿੱਥੇ ਵੀ ਗੁਰੂ ਸਾਹਿਬ ਦੀ ਜਾਂ ਗੁਟਕਾ ਸਾਹਿਬ ਦੀ ਗੁਰਬਾਣੀ ਦੀ ਨਰਾਦਰੀ ਕਰਦਾ ਹੈ, ਉਹ ਨਰਾਦਰੀ ਕਰਨ ਵਾਲੇ ਨੂੰ ਸੰਗਤ ਕੇਵਲ ਫੜ ਕੇ ਰੱਖੇ ਤੇ ਉਹਨੂੰ ਝਟਕਾਵਾਂਗਾ ਮੈਂ, ਤੇ ਜਾਂ ਮੇਰੇ ਸਾਹਮਣੇ ਸੰਗਤ ਝਟਕਾਵੇ ਤੇ ਜ਼ਿੰਮੇਵਾਰੀ ਹੋਵੇਗੀ ਮੇਰੀ। ਜੇ ਅੱਜ ਤੋਂ ਬਾਅਦ ਇੱਕ ਥਾਂ ਤੇ ਵੀ ਨਰਾਦਰੀ ਹੋ ਗਈ ਤੇ ਮੈਨੂੰ ਫੜ ਲਿਓ। ਜਦੋਂ ਸਾਡੇ ਜਿਨ੍ਹਾਂ ਲੋਕਾਂ ਨੇ ਸਜ਼ਾਵਾਂ ਦੇਣੀਆਂ, ਜਿਨ੍ਹਾਂ ਦੇ ਬਿਆਨ ਹੋਣੇ ਆ, ਤੁਸੀਂ ਤੇ ਮੈਂ, ਸਾਡੇ ਬਿਆਨ ਨਹੀਂ ਕਿਤੇ ਹੋਣੇ, ਨਾ ਅਸੀਂ ਅਦਾਲਤਾਂ 'ਚ ਜਾਣਾ, ਕਿਉਂਕਿ ਅਦਾਲਤ ਨੇ ਕਹਿਣਾ ਤੁਹਾਡੀ ਕੌਮ ਦਾ ਕੋਈ ਨੁਮਾਇੰਦਾ ਆਵੇ
ਤੇ ਨੁਮਾਇੰਦੇ ਕੌਣ ਨੇ? ਉਹ ਪ੍ਰਕਾਸ਼ ਸਿੰਘ ਬਾਦਲ ਦਾ ਟੋਲਾ ਅੱਜ ਵੋਟਾਂ ਪਾ ਕੇ ਵੀ ਉਹ ਬਣੇ ਹੋਏ ਨੇ। ਸ਼੍ਰੋਮਣੀ ਕਮੇਟੀ ਉਹਨਾਂ ਦੀ, ਅਕਾਲ ਤਖਤ ਦਾ ਜਥੇਦਾਰ ਉਹਨਾਂ ਦਾ, ਪੰਥਕ ਧਿਰ ਤੇ ਜਿਹੜਾ ਕਬਜ਼ਾ ਨਰੈਣੂ ਮਹੰਤ ਨੇ ਕੀਤਾ ਹੋਇਆ। ਇਸ ਕਰਕੇ ਸ਼੍ਰੋਮਣੀ ਕਮੇਟੀ ਦਾ ਕਸੂਰਵਾਰ ਸਿੱਧੇ ਸਿੱਧੇ ਤੇ ਅਕਾਲ ਤਖਤ ਦਾ ਜਥੇਦਾਰ ਹੈ। ਜੇ ਆਪਣੇ ਪਰਿਵਾਰ ਦੇ ਵਿੱਚ ਕੋਈ ਨੁਕਸਾਨ ਹੁੰਦਾ ਤੇ ਪਰਿਵਾਰ ਦਾ ਮੁਖੀ ਉਹਦਾ ਨੁਕਸਾਨ ਦਾ ਜ਼ਿੰਮੇਵਾਰ ਹੁੰਦਾ ਹੈ। ਇਸ ਕਰਕੇ ਅਕਾਲ ਤਖਤ ਦਾ ਜਥੇਦਾਰ ਜ਼ਿੰਮੇਵਾਰ ਆ। ਅਸੀਂ ਵੈਰੀ ਨੂੰ ਨਹੀਂ ਮੰਨਦੇ। ਜੇ ਉਸ ਦਿਨ ਸਿੱਖਾਂ ਤੇ ਗੋਲੀ ਨਾ ਚਲਾਈ ਹੁੰਦੀ, ਉਸ ਦਿਨ ਸਿੱਖਾਂ ਨੂੰ ਨਾ ਕੁੱਟਿਆ ਹੁੰਦਾ ਤੇ ਇਹਨਾਂ ਦਾ ਇੰਨਾ ਹੌਸਲਾ ਨਾ ਪੈਂਦਾ। ਪਤਾ ਹੈ ਕਿ ਸਾਨੂੰ ਛਡਾਉਣ ਵਾਲੇ ਪੰਥਕ ਲੋਕ ਸਾਡੇ ਪਿੱਛੇ ਨੇ। ਅੱਜ ਵੀ ਉੱਥੇ ਕੀ ਹੋਇਆ? ਕੋਈ ਅਕਾਲ ਤਖਤ ਦਾ ਜਥੇਦਾਰ ਪਹੁੰਚਿਆ ਜਾਂ ਕੋਈ ਇਹ ਜਿਹੜੇ ਅੱਜ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਕਮੇਟੀਆਂ ਬਣਾ ਰਹੇ ਨੇ? ਬੜੀ ਸ਼ਰਮ ਦੀ ਗੱਲ ਹੈ ਕਿ ਜਿਨ੍ਹਾਂ ਸਿੰਘਾਂ ਨੂੰ ਤੁਸੀਂ ਛਡਾਉਣ ਦੀ ਗੱਲ ਕਰਦੇ ਆ, ਉਹਨਾਂ ਸਿੰਘਾਂ ਤੇ ਨਜਾਇਜ਼ ਪਰਚੇ ਪਾ ਕੇ ਸਮੈਧ ਸੈਣੀ ਨੇ ਜੇਲ੍ਹਾਂ 'ਚ ਸਿੱਟੇ ਹੋਏ ਆ। ਤੁਸੀਂ ਉਸੇ ਹੀ ਸਮੈਧ ਸੈਣੀ ਨੂੰ ਡੀਜੀਪੀ ਲਾ ਛੱਡਿਆ ਤੇ ਫਿਰ ਅੱਜ ਕਿਹੜੇ ਮੂੰਹ ਦੇ ਨਾਲ ਤੁਸੀਂ ਛਡਾਉਣ ਦੀਆਂ ਗੱਲਾਂ ਕਰਦੇ ਆ? ਇਹ ਜੋ ਸਿੱਖੀ ਦੇ ਅੰਦਰ ਸਾਡੇ ਹੋ ਰਿਹਾ, ਇਹ ਸਾਰੇ ਕਾਹੇ ਦਾ ਜ਼ਿੰਮੇਵਾਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਤੇ ਪ੍ਰਕਾਸ਼ ਸਿੰਘ ਬਾਦਲ ਆ ਜੀ। ਇਹਦੀ 11 ਮੈਂਬਰੀ ਕਮੇਟੀ ਦੀ ਤਾਂ ਵਿਰੋਧਤਾ ਵੀ ਹੋਈ, ਸਭ ਕੁਝ ਹੋਇਆ। ਹੁਣ ਗੱਲ ਕਰੀਏ ਅਸੀਂ ਗੁਰਦੁਆਰਾ ਬੇਰ ਸਾਹਿਬ, ਜਿਹੜੀ ਤਾਜ਼ੀ ਘਟਨਾ ਵਾਪਰੀ ਹੈ, ਤਾਜ਼ੀ ਘਟਨਾ ਹੋਈ ਹੈ। ਗੁਰੂ ਸਾਹਿਬ ਦੇ 45 ਅੰਗ ਜਿਹੜੇ ਆ ਉਹ ਪਾੜ ਦਿੱਤੇ ਗਏ ਨੇ ਦੁਸ਼ਟ ਪਾਪੀ ਵੱਲੋਂ। ਉਹ ਸੇਵਾ ਵੀ ਕਰਦਾ ਸੀ ਗੁਰੂ ਘਰ ਦੇ ਵਿੱਚ। ਤੁਹਾਨੂੰ ਲੱਗਦਾ ਨਹੀਂ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹੋ ਜਿਹਾ ਦੁਸ਼ਟ ਪਾਪੀ ਜਿਹੜੇ ਆ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਿਲਕੁਲ ਨਜ਼ਦੀਕ ਰਹਿੰਦੇ ਨੇ? ਉਹਨਾਂ ਦੇ ਹੌਸਲੇ ਇੰਨੇ ਕੁ ਬੁਲੰਦ ਹੋ ਚੁੱਕੇ ਨੇ ਕਿਉਂਕਿ ਉਹਨਾਂ ਦੇ ਅੰਦਰ ਇਹ ਨਿਸ਼ਚਾ ਬਣ ਚੁੱਕਾ ਵੀ ਲੋਕ ਸਾਨੂੰ ਸੇਵਾਦਾਰ ਮੰਨਦੇ ਆ ਤੇ ਲੋਕ ਉਹਨਾਂ ਤੇ ਭਰੋਸਾ ਕਰਦੇ ਆ। ਸਾਡੇ ਲੋਕਾਂ ਨੂੰ ਜਾਗਰੂਕ ਹੋਣਾ ਪਏਗਾ ਵੀ ਉਹਨਾਂ ਤੇ ਵੀ ਕਟਾਕਸ਼ ਦੀ ਨਿਗਾਹ ਰੱਖੀ ਜਾਏ ਵੀ ਕਿਤੇ ਨਾ ਕਿਤੇ ਦੁਸ਼ਟ ਪਾਪੀ ਤਾਂ ਨਹੀਂ, ਇੱਕ ਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਨਫ਼ਰਤ ਤਾਂ ਨਹੀਂ ਅੰਦਰ ਰੱਖ ਕੇ ਬੈਠਾ ਹੋਇਆ। ਗੱਲ ਭਾਈ ਸੁਖਵੰਤ ਸਿੰਘ ਜੀ ਫਿਰ ਉੱਥੇ ਆ ਗਈ। ਉਹਨਾਂ ਤੇ ਨਿਗਾਹ ਰੱਖੇ ਕੌਣ? ਫਰਜ਼ ਸ਼੍ਰੋਮਣੀ ਕਮੇਟੀ ਦਾ ਹੈ, ਫਰਜ਼ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ। ਉਹਨਾਂ ਤੇ ਨਿਗਾਹ ਤਾਂ ਇਹਨਾਂ ਲੋਕਾਂ ਨੇ ਰੱਖਣੀ ਹੁੰਦੀ ਆ ਜਿਹੜੇ ਲੋਕ ਖੁਦ ਨਾਲ ਰਲੇ ਹੋਏ ਨੇ। RSS ਸਾਡੇ ਵਿੱਚ ਘੁਸਪੈਠ ਕਰ ਗਈ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ, ਪਹਿਲੇ ਸਮਿਆਂ ਦੇ ਵਿੱਚ ਬੰਦਾ ਮਰ ਜਾਂਦਾ ਤੇ ਉਹਨੂੰ ਵੇਖਦੇ ਆ, ਵੇਖਣ ਦਾ ਤਰੀਕਾ ਕੀ ਹੈ? ਉਹਦੀਆਂ ਅੱਖਾਂ ਨੂੰ ਪੱਟ ਕੇ ਵੇਖਦੇ, ਜਾਗਦਾ ਜਿਉਂਦਾ ਹੈ। ਜੇ ਨਹੀਂ ਪੜਦਾ ਤੇ ਉਹਦੀਆਂ ਅੱਖਾਂ ਵਿੱਚ ਮਿਰਚਾਂ ਪਾਈਆਂ ਜਾਂਦੀਆਂ, ਜਿਉਂਦਾ। ਫਿਰ ਉਹਦੇ ਚੁੰਡੀਆਂ ਵੱਡੀਆਂ ਜਾਂਦੀਆਂ, ਜਮੂਰ ਨਾਲ ਖਿੱਚਿਆ ਜਾਂਦਾ, ਫਿਰ ਵੀ ਨਹੀਂ। ਫਿਰ ਤੀਰ ਮਾਰ ਕੇ ਵੇਖਿਆ ਜਾਂਦਾ ਪੈਰਾਂ ਦੇ ਵਿੱਚ, ਬੰਦਾ ਹਿੱਲਿਆ ਤੇ ਜਿਉਂਦਾ, ਨਹੀਂ ਤੇ ਮਰ ਚੁੱਕਿਆ ਹੈ। ਸਾਨੂੰ ਹਰ ਰੋਜ਼ ਕਦੇ ਅੱਖਾਂ ਵਿੱਚ ਮਿਰਚਾਂ ਪਾ ਕੇ ਵੇਖਦੇ ਨੇ, ਕਦੇ ਸਾਡੇ ਚੁੰਡੀਆਂ ਵੱਢ ਕੇ ਵੇਖਦੇ ਨੇ, ਕਦੇ ਸਾਡੇ ਤੀਰ ਮਾਰ ਕੇ ਵੇਖਦੇ ਨੇ ਕਿ ਸਿੱਖ ਕੌਮ ਜਿਉਂਦੀ ਆ ਕਿ ਮਰ ਚੁੱਕੀ ਹੈ। ਜਿੱਦਾਂ ਸਾਡਾ ਠੰਡਾ ਬੁਰਜ, ਇਤਿਹਾਸਕ ਬੁਰਜ, ਜਿਹੜਾ ਇਤਿਹਾਸ ਪੜ੍ਹਦਾ, ਦੁਨੀਆ ਦਾ ਕੋਈ ਬੰਦਾ ਇੱਦਾਂ ਨਹੀਂ ਜੇ ਉਹਨੂੰ ਇਤਿਹਾਸ ਨੂੰ ਪੜ੍ਹੇ ਤੇ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਾ ਆਉਣ। ਛੋਟੇ ਸਾਹਿਬਜ਼ਾਦੇ ਪੋਹ ਦੇ ਮਹੀਨੇ 'ਚ ਕੈਦ ਕੀਤੇ ਹੋਣ, ਉੱਪਰ ਕੱਪੜਾ ਨਾ ਹੋਵੇ, ਥੱਲੇ ਫਰਸ਼ ਗਿੱਲਾ ਹੋਵੇ ਤੇ ਛੋਟੇ ਛੋਟੇ ਬੱਚਿਆਂ ਨੂੰ 83 ਸਾਲ ਦੀ ਮਾਤਾ ਆਪਣੇ ਹੱਥਾਂ ਨਾਲ ਘੁੱਟ-ਘੁੱਟ ਕੇ ਨਿੱਘ ਦਿੰਦੀ ਹੋਵੇ। ਦੁਨੀਆ ਦੇ ਅੰਦਰ ਇਹੋ ਜਿਹਾ ਇਤਿਹਾਸ ਸਥਾਨ ਕੋਈ ਨਹੀਂ ਗਾ। ਸਾਡਾ ਜਦੋਂ ਠੰਡਾ ਬੁਰਜ ਢਾਇਆ, ਸਾਨੂੰ ਵੇਖਿਆ ਹੀ ਤਾਂ ਅਸੀਂ ਸਿੱਖ ਕੌਮ ਜਿਉਂਦੀ ਹੈ ਕਿ ਮਰੀ ਹੈ। ਉਹ ਢਵਾਉਣ ਵਾਲਾ ਵੀ ਹੁਣ ਕੌਣ ਨੇ? ਸਾਡੇ ਵਿੱਚ ਸੇ RSS ਦੇ ਪਾਲੇ ਹੋਏ ਲੋਕ, ਜਿਹੜੀਆਂ RSS ਇਹਨਾਂ ਨੂੰ ਇੱਕ ਉਹ ਕਹਿੰਦੀ ਵੀ ਜੇ ਕੁਰਸੀ ਲੈਣੀ ਆ ਤੁਸੀਂ ਤੇ ਸਾਡੇ ਨਾਲ ਸਮਝੌਤੇ ਕਰਨੇ ਪੈਣੇ ਆ। ਉਹ ਕੁਰਸੀ ਦੇ ਵਾਸਤੇ ਜਿੱਦੇ ਠੰਡਾ ਬੁਰਜ ਢਾਇਆ ਉਹਦੇ ਵੀ ਤਾਂ ਸਾਨੂੰ ਵੇਖਿਆ ਸੀ ਜਿਉਂਦੇ ਆ ਕਿ ਮਰੇ ਆ। ਜਿੱਦੇ ਚਮਕੌਰ ਦੀ ਕੱਚੀ ਗੜੀ ਢਾਈ ਜਾਂਦੀ ਆ ਉਹਦੇ ਵੀ ਤਾਂ ਸਾਨੂੰ ਵੇਖਿਆ ਸੀ ਕਿ ਮਰੇ ਆ ਕਿ ਜਿਉਂਦੇ ਆ। ਜਿੱਦੇ 78 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 2 ਕਬੱਡੀਆਂ ਦਾ ਬੰਦਾ ਪੈਰ ਰੱਖ ਕੇ ਕੁਰਸੀ ਤੇ ਚੜ੍ਹਦਾ ਹੈ, ਉੱਤੇ ਵੀ ਤਾਂ ਸਾਨੂੰ ਵੇਖਿਆ ਸੀ ਸਿੱਖ ਕੌਮ ਜਿਉਂਦੀ ਹੈ ਕਿ ਮਰੀ ਹੈ। ਜਿੱਦੇ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਖਿਲਾਰੇ ਜਾਂਦੇ ਆ, ਉਹਦੇ ਸਾਨੂੰ ਵੇਖਿਆ ਜਿਉਂਦੀ ਆ ਕਿ ਮਰੀ ਆ ਕੌਮ। ਹੁਣ ਵੀ ਕੱਲ ਸਾਨੂੰ ਸਿਰਫ ਵੇਖਿਆ ਹੀ ਆ, ਕੌਮ ਹਜੇ ਸਹਿਕਦੀ ਆ ਕਿ ਮਰ ਚੁੱਕੀ ਆ। ਪਰ ਇਹ ਭੁਲੇਖਾ ਇਹਨਾਂ ਲੋਕਾਂ ਦਾ। ਤੁਸੀਂ ਸਾਡੇ ਆਗੂਆਂ ਨੂੰ ਖਰੀਦ ਸਕਦੇ ਆ, ਸਾਡੇ ਆਗੂ ਤੁਹਾਡੇ ਲਾਲਚ ਵਿੱਚ ਆ ਸਕਦੇ ਨੇ, ਪਰ ਯਾਦ ਰੱਖਿਓ ਇਹ ਖਾਲਸਾ ਨਾ ਅੱਜ ਮੁੱਕਿਆ ਨਾ ਕੱਲ ਮੁੱਕਣਾ। ਇੱਥੇ ਮੱਸੇ ਰੰਗੜ ਵਰਗੇ ਤੁਰ ਗਏ ਨੇ, ਜ਼ਕਰੀਆ ਖਾਨ ਵਰਗੇ ਤੁਰ ਗਏ ਨੇ। ਇਹ ਉਹ ਨੇ ਜਿਨ੍ਹਾਂ ਨੇ ਸਮੇਂ ਤੇ ਆਇਆ ਤੇ ਅਬਦਾਲੀ ਦਾ ਰਾਹ ਰੋਕ ਕੇ ਖੜ ਗਿਆ, ਬੰਦੇ ਦੇ ਪੁੱਤ ਬਣ ਕੇ ਸਾਡੇ ਦੇਸ਼ ਦੀਆਂ ਧੀਆਂ ਛੱਡ ਕੇ ਜਾ। ਇਸ ਕਰਕੇ ਜਿਹੜਾ ਨਜ਼ਰੀਆ ਆਪਣਾ ਵੀ ਉਹਨਾਂ ਨੂੰ ਪਰਖੇ ਕੌਣ? ਪਰਖਣ ਵਾਲੇ ਨਾਲ ਰਲੇ ਹੋਏ ਨੇ। ਇਹਦੇ 'ਚ ਮੈਂ ਕਿਸੇ ਤੋਂ ਲੁੱਕ ਕੇ ਨਹੀਂ ਕਹਿੰਦਾ। ਜਿਹਨੂੰ ਲੱਗਦਾ ਕਿ ਸਾਡੇ ਤੇ ਦੋਸ਼ ਲੱਗਦੇ ਆ, ਉਹ ਸ਼ਰੇਆਮ ਜਿਹੜੇ ਮਰਜ਼ੀ ਚੈਨਲ ਦੇ ਉੱਤੇ ਮੇਰੇ ਨਾਲ ਬਹਿਸ ਕਰ ਸਕਦਾ। ਮੈਂ ਸਪਸ਼ਟ ਕਰਕੇ ਛੱਡੂ ਮੈਂ ਤੁਸੀਂ ਇਹਨਾਂ ਨਰਾਦਰੀ ਕਰਨ ਵਾਲਿਆਂ ਦੇ ਨਾਲ ਰਲੇ ਹੋਏ ਆ। ਬਿਲਕੁਲ। ਗੁਰਦੁਆਰਾ ਸਾਹਿਬ ਬੇਰ ਸਾਹਿਬ ਦੀ ਗੱਲ ਕਰਦੇ ਹਾਂ ਦਰਸ਼ਕੋ। ਅਸੀਂ ਤਾਜ਼ਾ ਘਟਨਾ ਨੂੰ ਅੰਜਾਮ ਦਿੱਤਾ ਹੈ।
ਇੱਕ ਅਸੀਂ ਲੋਕ ਕਹਿੰਦੇ ਆ ਪਿੰਡਾਂ ਦੇ ਵਿੱਚ ਵੀ ਸਿਆਣੇ ਨੇ ਬਜ਼ੁਰਗ ਨੇ, ਪਰ ਅੰਦਰ ਦਾ ਸ਼ੈਤਾਨ ਮਨ ਕਦੀ ਵੀ ਕਿਸੇ ਨੇ ਦੇਖਿਆ ਨਹੀਂ ਹੁੰਦਾ ਵੀ ਇਹ ਕਿੰਨਾ ਕੁ ਸਿਆਣਾ ਹੈ। ਅਸੀਂ ਇੱਕ ਉਹਦੇ ਰੂਪ ਤੋਂ ਅੰਦਾਜ਼ਾ ਲਾ ਲੈਂਦੇ ਹਾਂ ਵੀ ਬੰਦਾ ਸਿਆਣਾ ਹੈ, ਬੰਦਾ ਸੇਵਾਦਾਰ ਹੈ। ਮੈਂ ਕਹਿੰਦਾ ਵੀ ਜਿੰਨਾ ਅਸੀਂ ਆਪਣੀ ਸਿਆਣਪ ਦੇ ਨਾਲ ਕਹਿੰਦੇ ਹਾਂ ਵੀ ਬੰਦਾ ਸਿਆਣਾ ਹੈ, ਅੱਖਾਂ ਬੰਦ ਕਰਕੇ ਭਰੋਸਾ ਕਰਨ ਦਾ ਯਤਨ ਕਰਦੇ ਹਾਂ, ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਦੇ ਵਿੱਚ ਅਸੀਂ ਵੀ ਦੋਸ਼ੀ ਜ਼ਰੂਰ ਹੁੰਦੇ ਹਾਂ। ਬਿਲਕੁਲ ਸਿਆਣੇ ਇਸ ਜਹਾਨ ਦੇ ਵਿੱਚ ਬਹੁਤ ਨੇ, ਉਹਨਾਂ ਨੂੰ ਸਿਜਦਾ ਹੈ, ਉਹਨਾਂ ਨੂੰ ਨਮਸਕਾਰ ਹੈ, ਪਰ ਕਿਤੇ ਨਾ ਕਿਤੇ ਨੌਜਵਾਨ ਵੀ ਅਸੀਂ ਇਸ ਸੰਸਾਰ ਦੇ ਵਿੱਚ ਦੇਖਦੇ ਹਾਂ ਬਹੁਤ ਸੂਝਵਾਨ ਤੇ ਉਹ ਬਜ਼ੁਰਗਾਂ ਦੀ ਸੋਚ ਲੈ ਕੇ ਚੱਲਣ ਵਾਲੇ ਵੀ ਇਸ ਪੰਜਾਬ ਦੀ ਧਰਤੀ ਤੇ ਹਨ, ਜਿਹੜੇ ਗੁਰੂ ਸਾਹਿਬ ਨੂੰ ਪ੍ਰਤੱਖ ਗੁਰੂ ਮੰਨ ਕੇ ਚੱਲਦੇ ਹੈ, ਜਿਹੜੇ ਭਾਵਨਾ ਦੇ ਨਾਲ ਸੇਵਾ ਕਰਦੇ ਹੈ, ਜਿਹੜੇ ਤਨੋ ਮਨੋ ਧਨੋ ਗੁਰੂ ਨੂੰ ਸਮਰਪਿਤ ਨੇ। ਤੇ ਕਿਤੇ ਨਾ ਕਿਤੇ ਦੇਖਿਆ ਜਾਏ ਤੇ ਬਜ਼ੁਰਗ ਅਵਸਥਾ ਦੇ ਵਿੱਚ ਵੀ ਐਸੇ ਕੁਕਰਮੀ ਵੀ ਹੈਗੇ ਨੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗਾਂ ਤੱਕ ਕਾਚੂ ਲੈ ਕੇ ਵੀ ਪਹੁੰਚ ਜਾਂਦੇ ਹੈ। ਇਹ ਸੱਚ ਹੈ। ਦਰਸ਼ਕੋ, ਹੁਣ ਅਸੀਂ ਇਹ ਸਵਾਲ ਕਰਦੇ ਹਾਂ ਭਾਈ ਗੁਰਭਾਗ ਸਿੰਘ ਜੀ ਮਰੂੜ ਨੂੰ ਵੀ ਹੁਣ ਪੁਲਿਸ ਨੇ ਆਪਣੀ ਕਸਟਡੀ ਵਿੱਚ ਉਹਨਾਂ ਨੂੰ ਲੈ ਲਿਆ, ਕੀ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਏਗੀ ਜਾਂ ਉਹੀ 295 ਇਹ ਧਾਰਾ ਲਾ ਕੇ ਜਿਹੜੀ ਹੈ ਉਹੀ ਸਲਾਖਾਂ ਪਿੱਛੇ ਸੱਟ ਦਿੱਤਾ ਜਾਏਗਾ? ਇਹੀ ਦੁਸ਼ਟ ਪਾਪੀ ਫੇਰ ਕੋਈ 2-4 ਮਹੀਨਿਆਂ ਬਾਅਦ ਆਮ ਸ਼ਰੇਆਮ ਇਸ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਹ ਰਾਜਾ ਸਾਂਸਦ ਦੀ ਜਿਹੜੀ ਧਰਤੀ ਹੈ ਉਹਦੇ ਵਿੱਚ ਆਮ ਦੇਖਣ ਨੂੰ ਮਿਲੇਗਾ? ਉਹ ਤਾਂ ਆਮ ਮਿਲੇਗਾ ਜੀ ਵੇਖਣ ਨੂੰ, ਕਿਉਂਕਿ ਵੇਖੋ ਪਿੱਛੇ ਜਦੋਂ ਨਰਾਦਰੀਆਂ ਹੋਈਆਂ ਨਾ, ਇਹ ਪੰਥਕ ਸਰਕਾਰ ਨੇ ਵੀ ਸਾਨੂੰ ਇੱਕ ਲੋਲੀਪੌਪ ਦੇਤਾ ਸੀਗਾ ਵੀ ਜੇ ਹੁਣ ਨਰਾਦਰੀ ਹੋਏਗਾ ਉਹਨੂੰ ਜਿਹੜੀ ਸਜ਼ਾਏ ਮੌਤ ਦੇਵਾਂਗੇ, ਕਾਨੂੰਨ ਬਣਾਵਾਂਗੇ ਜੀ। ਉਹ ਮੇਰਾ ਸਰਕਾਰ ਤੇ ਸਵਾਲ ਆ। ਪੰਥਕ ਸਰਕਾਰ ਰਹੀ ਆ, ਉਸ ਤੋਂ ਬਾਅਦ ਕਾਂਗਰਸ ਰਹੀ ਆ, ਹੁਣ ਆ ਮਾਨ ਸਰਕਾਰ ਆ ਗਈ ਆ ਵੀ ਤੁਸੀਂ ਉਹ ਕਾਨੂੰਨ ਕਿਹੜਾ ਬਣਾਇਆ ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਨਰਾਦਰੀ ਕਰਨ ਵਾਲੇ ਨੂੰ ਸਜ਼ਾਏ ਮੌਤ ਹੋਵੇਗੀ? ਜੇ ਨਹੀਂ ਬਣਾਇਆ ਤੇ ਪੰਥਕ ਸਰਕਾਰ ਜੀ ਤੁਸੀਂ ਕਿਹਾ ਕਿਉਂ, ਬਣਾਇਆ ਕਿਉਂ ਨਹੀਂ? ਹੁਣ ਮਸਲਾ ਇੱਥੇ ਫੇਰ ਆ ਜਾਂਦਾ ਹੈ ਵੀ ਜਿਨ੍ਹਾਂ ਨੇ ਉੱਥੇ ਜਾ ਕੇ ਪੈਰਵਾਈ ਕਰਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭਾਈ ਤੂੰ ਕਿਉਂ ਪਾੜੇ, ਇਹਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਹੈ ਜਾਂ ਇਹ ਬੰਦਾ ਦਿਓ ਪੰਥ ਨੂੰ। ਅਸੀਂ ਚੱਲੇ ਹਾਂ ਅਕਾਲ ਤਖਤ ਤੇ ਅਕਾਲ ਤਖਤ ਤੇ ਸ਼ਰੇਆਮ ਐਲਾਨ ਕਰਕੇ ਇਹਨੂੰ ਜਿਉਂਦੇ ਨੂੰ ਸਾੜਿਆ ਜਾਵੇਗਾ। ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨ ਕਰ ਦੇਵੇ ਤੇ ਕੌਮ ਜਥੇਦਾਰ ਦੇ ਨਾਲ ਹੈ। ਕੋਈ ਵੀ ਕਿਸੇ ਤਰ੍ਹਾਂ ਦਾ ਪਰਚਾ ਕੌਮ ਜਥੇਦਾਰ ਤੇ ਨਹੀਂ ਹੋਣ ਦੇਵੇਗੀ, ਕੌਮ ਨਾਲ ਹੋ ਜਾਵੇਗੀ। ਪਰ ਜਥੇਦਾਰ ਜੀ ਜੇ ਤੁਸੀਂ ਚਲਾਕੀਆਂ ਕਰੋਗੇ ਕੌਮ ਕਦੇ ਵੀ ਤੁਹਾਡੇ ਨਾਲ ਨਹੀਂ ਖੜੇਗੀ। ਪਰ ਸ਼ਰਮ ਦੀ ਗੱਲ ਤੇ ਇਹ ਆ ਕਿ ਜਿਨ੍ਹਾਂ ਦੇ ਅੱਗੇ ਅਸੀਂ ਵਾਰ-ਵਾਰ ਮਿੰਨਤਾਂ ਕਰਦੇ ਹਾਂ ਵੀ ਕੌਮ ਦੇ ਆਗੂਓ ਤੁਸੀਂ ਕੁਛ ਕਰੋ, ਪਰਚਾ ਕਰਾਓ, ਤੁਸੀਂ ਕੋਈ ਕਾਨੂੰਨ ਬਣਵਾਓ, ਤੁਸੀਂ ਕੋਈ ਅਦਾਲਤ ਵਿੱਚ ਜਾਓ, ਤੁਸੀਂ ਕੋਈ ਵੱਡਾ ਵਕੀਲ ਖੜਾ ਕਰਕੇ ਇਹਦੀ ਮੰਗ ਕਰੋ, ਉਹਨਾਂ ਦੇ 328 ਸਰੂਪ ਆਪ ਗਾਇਬ ਕੀਤੇ ਤੇ ਆਸ ਕਿਹਦੇ ਤੇ ਰੱਖੋਗੇ ਜੀ? ਇਸ ਕਰਕੇ ਆਸ ਨਹੀਂ। ਇਹ ਤਾਂ ਸਮਾਂ ਬਣੇਗਾ ਜਦੋਂ ਸਾਡੇ ਕਿਰਤੀ ਲੋਕ ਉੱਠਣਗੇ, ਰੱਬ ਨੂੰ ਪਿਆਰ ਕਰਨ ਵਾਲੇ, ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਉੱਠਣਗੇ। ਜਿਵੇਂ ਕਪੂਰਥਲੇ ਦੇ ਵਿੱਚ ਹੋਇਆ 2-4 ਵਾਰਾਂ, ਉੱਦਾਂ ਕੌਮ ਨੂੰ ਆਪ ਕਰਨਾ ਪਵੇਗਾ ਤੇ ਫਿਰ ਇਹ ਉਹਦੇ ਪਿੱਛੇ ਵੀ ਨਹੀਂ ਜਾਂਦੇ। ਸ਼੍ਰੋਮਣੀ ਕਮੇਟੀ ਆ ਜਾਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ। ਜੇ ਪਿੱਛੇ ਜੇ ਭਵਾਨੀਗੜ੍ਹ ਦੇ ਲਾਗੇ ਨਰਾਦਰੀ ਹੋਈ ਸੀ ਤੇ ਉਸ ਤੋਂ ਪਹਿਲਾਂ ਅਕਾਲ ਤਖਤ ਨੇ ਇੱਕ ਗੱਲ ਕਹੀ ਸੀ ਵੀ ਜਿੱਥੇ ਗੁਰਦੁਆਰਾ ਸਾਹਿਬ ਨਰਾਦਰੀ ਹੋਵੇਗੀ ਨਾ ਉੱਥੋਂ ਦੀ ਪ੍ਰਬੰਧਕ ਕਮੇਟੀ ਤੇ ਪਰਚਾ ਦਰਜ ਕਰਾਵਾਂਗੇ। ਹੁਣ ਬਿਆਨ ਜਥੇਦਾਰ ਦਾ ਇਹ ਆ ਰਿਹਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਵੀ ਬਿਆਨ ਆ ਰਿਹਾ ਹੈ। ਪਰ ਕਮਾਲ ਦੀ ਗੱਲ ਆ, ਸ਼੍ਰੋਮਣੀ ਕਮੇਟੀ ਪ੍ਰਧਾਨ ਮੌਕੇ ਦੀ ਬੀਬੀ ਜੰਗੀਰ ਕੌਰ ਬੂਹੇ ਬੰਦ ਕਰਕੇ ਪਛਤਾਤਾਪ ਕਰਕੇ 10 ਲੱਖ ਸ਼੍ਰੋਮਣੀ ਕਮੇਟੀ ਨੂੰ ਕਿਹੜੀ ਗੱਲ ਦਾ ਦੇ ਰਹੀ ਹੈ? ਸਾਨੂੰ ਇਹ ਤਾਂ ਜਵਾਬ ਦੇਣਾ ਇਹ, ਕਿਉਂਕਿ ਜੇ ਇਹ ਜਿੱਥੇ ਨਰਾਦਰੀ ਹੁੰਦੀ ਉੱਥੇ 10 ਲੱਖ ਰੁਪਈਆ ਦੇਣਗੇ ਫਿਰ ਤਾਂ ਇਹ ਕੁਛ ਹੋਊਗਾ। ਚਾਹੀਦਾ ਇਹ ਆ ਕਿ ਵੇਖੋ ਜਦੋਂ ਵੀ ਘਟਨਾ ਵਾਪਰਦੀ ਆ ਪ੍ਰਬੰਧਕਾਂ ਦੀ ਨਲਾਇਕੀ ਦੇ ਕਰਕੇ ਵਾਪਰਦੀ ਹੈ। ਜੇ ਉਹਨਾਂ ਨੂੰ ਇਹ ਆ ਵੀ ਗੁਰਦੁਆਰਾ ਹੋਣਾ ਚਾਹੀਦਾ, ਗੁਰਦੁਆਰਾ ਸਾਹਿਬ ਸਰੂਪ ਆਉਣਾ ਚਾਹੀਦਾ ਹੈ, ਫਿਰ ਉੱਥੇ ਪਹਿਰੇਦਾਰ ਰੱਖਣ ਦੀ ਕਿੱਡੀ ਕੁ ਵੱਡੀ ਗੱਲ ਹੈ। ਤੇ ਸ਼੍ਰੋਮਣੀ ਕਮੇਟੀ ਵੀ ਹਰ ਪਿੰਡ 'ਚ ਪਹਿਰੇਦਾਰ ਦੇ ਸਕਦੀ ਆ। ਅੱਧੀ ਤਨਖਾਹ ਸ਼੍ਰੋਮਣੀ ਕਮੇਟੀ ਦੇਵੇ, ਅੱਧੀ ਪਿੰਡ ਵਾਲੇ ਦੇ ਦੇਣ। ਤੇ ਜੇ ਸ਼੍ਰੋਮਣੀ ਕਮੇਟੀ ਇਹ ਕੰਮ ਨਹੀਂ ਕਰ ਸਕਦੀ ਤਾਂ ਸ਼੍ਰੋਮਣੀ ਕਮੇਟੀ ਛੱਡ ਕੇ ਪਾਸੇ ਹੋ ਜਾਵੋ। ਤੁਸੀਂ ਤੇ ਕਰੋੜਾਂ ਰੁਪਈਆਂ ਦਾ ਤੇਲ ਫੂਕ ਦੇਵੋ ਤੇ ਉਹ ਕਰੋੜਾਂ ਰੁਪਈਆਂ ਦਾ ਬਜਟ ਆ ਜਿਹੜਾ ਤੁਸੀਂ ਆਪਣੇ ਤੇਲ ਦੇ ਵਿੱਚ ਪਾਉਂਦੇ ਫਿਰੋ। ਤੇ ਜੇ ਇੱਕ ਪਿੰਡ ਦੇ ਵਿੱਚ ਪ੍ਰਬੰਧਕ ਨਹੀਂ ਉਹਨੇ ਜੋਗੇ, ਜਿੱਥੇ ਤਾਂ ਆਮਦਨ ਆ ਠੀਕ ਆ, ਉੱਥੇ ਤਾਂ ਲੋੜ ਨਹੀਂ। ਉੱਥੇ ਜਥੇਦਾਰ ਪ੍ਰਬੰਧਕਾਂ ਨੂੰ ਹੁਕਮ ਕਰੇ ਵੀ ਤੁਹਾਡੇ ਕੋਲੇ ਆਮਦਨ ਹੈ, ਤੁਸੀਂ ਇੱਥੇ ਆਪਣਾ ਰੱਖੋ ਭਾਈ, 2 ਰੱਖੋ ਪਹਿਰੇਦਾਰ, ਇੱਕ ਦਿਨੇ ਇੱਕ ਰਾਤ ਨੂੰ ਹੋਣਾ ਚਾਹੀਦਾ। ਹੋਣਾ ਵੀ ਤਾਬਿਆਂ ਦੇ ਲਾਗੇ ਚਾਹੀਦਾ। ਦੂਸਰਾ, ਜਿੱਥੇ ਆਮਦਨ ਘੱਟ ਆ ਗੁਰੂ ਘਰ ਨੂੰ, ਗੁਰਦੁਆਰਾ ਸਾਹਿਬ 'ਚ ਆਮਦਨ ਘੱਟ ਆ, ਉੱਥੇ ਮਸਾਂ ਚੱਲ ਰਹੇ ਨੇ, ਗੁਰਦੁਆਰਾ ਸਾਹਿਬ ਦੀ ਲੋੜ ਵੀ ਆ,
ਤੇ ਲੋਕ ਵੀ ਗਰੀਬ ਨੇ, ਉੱਥੇ ਸ਼੍ਰੋਮਣੀ ਕਮੇਟੀ ਆਪ ਤਨਖਾਹ ਦੇ ਕੇ ਰੱਖੇ। ਟਾਸਕ ਫੋਰਸ ਦੇ ਕਿੰਨੇ ਬੰਦੇ ਕਿੱਥੇ ਵਰਤਦੇ ਨੇ ਉਹਨਾਂ ਨੂੰ, ਤੇ ਇੱਕ ਟਾਸਕ ਫੋਰਸ ਦੇ ਬੰਦੇ ਦੋ ਉੱਥੇ ਦੇ ਦੇਣ, ਕੀ ਫਰਕ ਪੈਣ ਲੱਗਾ। ਇਸ ਕਰਕੇ ਸ਼੍ਰੋਮਣੀ ਕਮੇਟੀ ਦੀ ਵੱਡੀ ਜ਼ਿੰਮੇਵਾਰੀ ਹੈ। ਜੇ ਭਾਈ ਨਹੀਂ ਨਿਭਾ ਸਕਦੀ ਜ਼ਿੰਮੇਵਾਰੀ, ਇਹ ਜੇ ਦੂਜੇ ਪਾਸੇ ਆ ਕੇ ਕਹਿੰਦੇ ਕਿ ਅਸੀਂ ਤਾਂ ਬਾਦਲਾਂ ਦੇ ਹੁਕਮ ਤੋਂ ਬਾਹਰ ਹਾਂ ਜੀ, ਅਸੀਂ ਤਾਂ ਆਜ਼ਾਦ ਹਾਂ, ਅਸੀਂ ਤੇ ਪੰਥ ਦਰਦੀ ਹਾਂ, ਜੇ ਤੁਸੀਂ ਵਾਕਈ ਪੰਥ ਦਰਦੀ, ਫਿਰ ਵੀ ਸਾਨੂੰ ਤੁਹਾਡੇ ਤੇ ਸ਼ੱਕ ਹੈ ਕਿ ਤੁਸੀਂ ਸੰਭਾਲਣ ਯੋਗ ਨਹੀਂ ਗਏ, ਫਿਰ ਵੀ ਛੱਡ ਕੇ ਤੁਸੀਂ ਪਾਸੇ ਹੋ ਜਾਓ, ਕੌਮ ਆਪੇ ਸੰਭਾਲ ਲਵੇਗੀ, ਕੋਈ ਵੱਡੀ ਗੱਲ ਨਹੀਂ ਜੀ। ਬਿਲਕੁਲ ਭਾਈ ਗੁਰਭਾਗ ਸਿੰਘ ਨੇ ਦਰਸ਼ਕੋ ਸਿੱਧੇ ਲਫ਼ਜ਼ਾਂ ਦੇ ਅੰਦਰ ਇਹੀ ਕਿਹਾ ਵੀ ਜਿੰਨਾ ਚਿਰ ਸੁਹਿਰਦਤਾ ਦੇ ਨਾਲ SGPC ਇਸ ਮਸਲੇ ਨੂੰ ਨਹੀਂ ਲੈਂਦੀ, ਉਹਨਾਂ ਚਿਰ ਠੱਲ ਜਿਹੜੀ ਹੈ ਉਹ ਨਾਮੁਮਕਿਨ ਹੈ। ਇਸ ਵਾਸਤੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਖਤ ਸਟੈਂਡ ਲੈ ਲੈਣ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਹਦਾਇਤਾਂ ਕਰ ਦੇਣ ਵੀ ਤੁਸੀਂ ਆਪਣੇ ਪਹਿਰੇਦਾਰ ਆਪਣੀ ਜ਼ਿੰਮੇਵਾਰੀ ਤੇ ਰੱਖੋ, ਜੇ ਤੁਹਾਡੇ ਕੋਲ ਸਮਰੱਥਾ ਨਹੀਂ ਹੈ ਤੇ ਸਾਡੇ ਕੋਲ ਆਓ ਜਾਂ ਸਾਨੂੰ ਫੋਨ ਤੇ ਦੱਸੋ, ਉਹਦੀ ਅੱਧੀ ਸੇਵਾ ਭਾਵ ਕਿ ਅੱਧੇ ਪੈਸੇ ਜਿਹੜੇ ਆ ਉਹ SGPC ਦੇਗੀ। ਇਸ ਵਾਸਤੇ ਇੱਕ ਪਹਿਰੇਦਾਰ ਦਿਨੇ ਹੋਵੇ ਤੇ ਇੱਕ ਪਹਿਰੇਦਾਰ ਰਾਤ ਹੋਵੇ, ਇਹ ਰਹਿਣਾ ਵੀ ਲਾਜ਼ਮੀ ਚਾਹੀਦਾ ਹੈ। ਅਸੀਂ ਕਿਹਾ ਸੀ ਵੀ CCTV ਕੈਮਰੇ ਲਾ ਦਿੰਦੇ ਆ, ਬਹੁਤ ਗੁਰੂ ਘਰਾਂ ਦੇ ਵਿੱਚ ਲੱਗੇ, ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮਾ ਵੀ ਜਾਰੀ ਹੋਇਆ, ਪ੍ਰਸ਼ਾਸਨ ਵੱਲੋਂ ਵੀ ਕਿਹਾ ਗਿਆ ਕਿ ਕੈਮਰੇ ਉਸ ਦੋਸ਼ੀ ਨੂੰ ਸਦਾ ਵਾਸਤੇ ਪਕੜ ਸਕਦੇ ਆ। ਬਹੁਤ ਐਸੇ ਦੋਸ਼ੀ ਵੀ ਆਉਂਦੇ ਰਹੇ ਨੇ ਜਿਹੜੇ ਮੂੰਹ ਦੇ ਉੱਪਰ ਨਕਾਬ ਪਾ ਕੇ ਆਉਂਦੇ ਸੀ ਤੇ ਆ ਕੇ ਬੇਅਦਬੀ ਨੂੰ ਇਲਜ਼ਾਮ ਦੇ ਜਾਣਾ, ਬਾਅਦ ਦੇ ਵਿੱਚ ਉਹ ਦੋਸ਼ੀ ਲੱਭੇ ਹੀ ਨਹੀਂ ਪ੍ਰਸ਼ਾਸਨ ਨੂੰ। ਕੈਮਰਿਆਂ ਤੱਕ ਅਸੀਂ ਸੀਮਤ ਨਾ ਰਹੀਏ, ਜਿੰਨਾ ਚਿਰ ਅਸੀਂ ਸੁਰਤ ਕਰਕੇ ਸ਼ਰੀਰ ਕਰਕੇ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ, ਗੁਰੂ ਦੀ ਹਦੂਦ ਦੇ ਅੰਦਰ ਨਹੀਂ ਆਉਂਦੇ, ਉਹਨਾਂ ਚਿਰ ਮਤ ਸੋਚਿਆ ਜੇ ਵੀ ਅਸੀਂ ਗੁਰੂ ਸਾਹਿਬ ਦੇ ਉੱਪਰ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਅਸੀਂ ਨਿਭਾ ਪਾਵਾਂਗੇ। ਗੁਰੂ ਸਾਹਿਬ ਦੀ ਹਜ਼ੂਰੀ ਅੰਦਰ ਦਰਸ਼ਕੋ ਇੱਕ ਤਾਂ ਪਹਿਰੇਦਾਰ ਆਪਣੀ ਸੇਵਾ ਨਿਭਾਏਗਾ, ਦੂਜੇ ਨੰਬਰ ਤੇ ਜੇ ਅਸੀਂ ਭਰੋਸਾ ਕਰਦੇ ਹਾਂ CCTV ਕੈਮਰਿਆਂ ਤੇ, ਫਿਰ ਸਾਨੂੰ CCTV ਕੈਮਰਿਆਂ ਦੀ ਵੀ ਬਹੁਤੀ ਲੋੜ ਨਹੀਂ ਪਏਗੀ। ਗੁਰੂ ਦਾ ਖਾਲਸਾ ਉੱਥੇ ਹਾਜ਼ਰ ਹੋਏਗਾ, ਹੱਥ ਵਿੱਚ 5 ਫੁੱਟਾ ਉਹਦੇ ਬਰਛਾ ਹੋਏਗਾ ਤੇ ਦੁਸ਼ਟ ਪਾਪੀ ਹਜ਼ਾਰ ਵਾਰ ਸੋਚੇਗਾ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਆਉਣ ਵਾਸਤੇ ਮੈਂ ਕਿਹੜੀ ਸੋਚ ਦੇ ਨਾਲ ਚੱਲਿਆ, ਮਾੜੀ ਸੋਚ ਲੈ ਕੇ ਆਏਗਾ ਤੇ ਉਹਦੀ ਬਣਦੀ ਜਿਹੜੀ ਸਜ਼ਾ ਆ ਉਹ ਅਕਾਲ ਤਖਤ ਸਾਹਿਬ ਵੱਲੋਂ ਐਲਾਨੀ ਜਾਏ ਵੀ ਇਹਨੂੰ ਆ ਸਜ਼ਾ ਦੇਣੀ ਹੈ ਤੇ ਉਹਦੇ ਕੋਲ ਇੰਨੀ ਅਥਾਰਟੀ ਹੋਵੇ। ਇਸ ਵਾਸਤੇ ਅਸੀਂ Z+ ਸਿਕਿਉਰਿਟੀ ਦੀ ਗੱਲ ਕਰਦੇ ਹਾਂ। ਆਮ 4 ਛਿਲੜਾਂ ਦਾ ਕੋਈ ਜਦੋਂ ਕੋਈ ਲੀਡਰ ਜਦੋਂ ਲੰਘਦਾ ਹੈ ਤੇ ਉਹਨੂੰ ਇੰਨੀਆਂ ਕੁ ਪਾਵਰਾਂ ਦਿੱਤੀਆਂ ਹੁੰਦੀਆਂ ਵੀ 4 ਲਫੇੜੇ ਮਾਰ ਕੇ ਇਹਨਾਂ ਨੂੰ ਪਾਸੇ ਕਰਦੀ, ਜੇ ਕੋਈ ਲੀਡਰ ਦੇ ਅੱਗੇ ਆਵੇ ਤੇ ਕੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੰਨੀਆਂ ਕੁ ਪਾਵਰਾਂ ਉਹਨਾਂ ਪਹਿਰੇਦਾਰਾਂ ਨੂੰ ਨਹੀਂ ਦੇ ਸਕਦਾ? ਇਹ ਫਰਜ਼ ਬਣਦਾ ਹੈ। ਅਪੀਲ ਕਰਦੇ ਹਾਂ ਅਸੀਂ ਦੋਨੇ ਹੱਥ ਜੋੜ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਅਕਾਲ ਤਖਤ ਸਾਹਿਬ ਮਹਾਨ ਹੈ, ਮਹਾਨ ਰਹੇਗਾ, ਸਾਡੇ ਵਾਸਤੇ ਸਿਰਮੌਰ ਹੈ, ਸਿਰਮੌਰ ਰਹੇਗਾ, ਸਿਰ ਝੁਕਦਾ ਸਾਡਾ ਅਕਾਲ ਤਖਤ ਸਾਹਿਬ ਨੂੰ, ਪਰ ਅਕਾਲ ਤਖਤ ਸਾਹਿਬ ਤੇ ਸੇਵਾ ਨਿਭਾਉਣ ਵਾਲੇ ਜਥੇਦਾਰ ਕਿਤੇ ਨਾ ਕਿਤੇ ਜਿਹੜੇ ਇੱਕ ਪਰਿਵਾਰ ਦੇ ਲੱਗੇ ਆ ਦਰਸ਼ਕੋ, ਇਸ ਵਾਸਤੇ ਉਹਨਾਂ ਨੂੰ ਅਸੀਂ ਅਪੀਲ ਹੀ ਕਰ ਸਕਦੇ ਹਾਂ ਵੀ ਇਸ ਮਸਲੇ ਨੂੰ ਸੁਹਿਰਦਤਾ ਦੇ ਨਾਲ ਤੁਸੀਂ ਲਓ। ਆਏ ਦਿਨ ਗੁਰੂ ਸਾਹਿਬ ਦੀਆਂ ਬੇਅਦਬੀਆਂ, ਅਸੀਂ ਕਹਿ ਰਹੇ ਸਾਂ ਵੀ ਸਰਕਾਰ ਬਦਲੀ, ਬੇਅਦਬੀਆਂ ਰੁਕ ਗਈਆਂ ਤੇ ਦਰਸ਼ਕੋ ਕਪੂਰਥਲੇ ਦੀ ਘਟਨਾ, ਦਰਬਾਰ ਸਾਹਿਬ ਦੀ ਘਟਨਾ ਨੂੰ ਕਾਫੀ ਸਮਾਂ ਹੋ ਗਿਆ, ਮੈਨੂੰ ਲੱਗਦਾ ਵੀ ਦੁਸ਼ਟ ਪਾਪੀ ਭੁੱਲ ਚੁੱਕੇ ਹੈ ਤੇ ਇਸ ਸਜ਼ਾ ਨੂੰ ਯਾਦ ਕਰਵਾਉਣ ਵਾਸਤੇ ਤੁਹਾਡੇ ਬਿਆਨ ਜ਼ਰੂਰੀ ਚਾਹੀਦੇ ਨੇ। ਜਿੱਥੇ ਬਿਆਨ ਜ਼ਰੂਰੀ ਚਾਹੀਦੇ ਨੇ ਉੱਥੇ ਤੁਹਾਡੀ ਸੁਹਿਰਦਤਾ ਤੇ ਤੁਹਾਡਾ ਨਜ਼ਰੀਆ ਉਸ ਤਰੀਕੇ ਤੇ ਸਪਸ਼ਟ ਹੋਣਾ ਵੀ ਲਾਜ਼ਮੀ ਇਸ ਕੌਮ ਨੂੰ ਚਾਹੀਦਾ। ਦਰਸ਼ਕੋ ਤੁਹਾਡਾ ਕੀ ਕਹਿਣਾ ਹੈ? ਆਪੋ ਆਪਣੇ ਵਿਚਾਰ ਤੁਸੀਂ ਵੀ ਪੇਸ਼ ਕਰਿਆ ਜੀ। ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੋਇਆ ਫਤਿਹ ਦੀ ਸਾਂਝ ਪਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।